ਅਹਿਮਦ ਦਿਦਾਤ ਸਾਹਿਬ ਦੇ ਮੁਤਲਕ ਇਹ ਨਾ ਕਿ ਉਹਨਾਂ ਦਾ ਅਕੀਦਾ ਜਿਹੜਾ ਹੈ ਉਹ ਇੱਕ ਤੇ ਸਬਸਟੀਟਿਊਸ਼ਨ ਦਾ ਉਹ ਕੋਈ ਜ਼ਿਕਰ ਕਰ ਰਹੇ ਨੇ ਕਿ ਤੁਹਾਡੇ ਲੋਕਾਂ 'ਚ ਚੂੰਕਿ 73 ਫਿਰਕੇ ਨੇ, ਬਹੁਤ ਸਾਰੇ ਫਿਰਕੇ ਇਹ ਮੰਨਦੇ ਨੇ, ਅਗਰ ਤੁਸੀਂ ਨਹੀਂ ਮੰਨਦੇ ਕਿ ਉਹਨਾਂ ਦੀ ਜਗ੍ਹਾ ਤੇ ਇੱਕ ਹੋਰ ਆਦਮੀ ਦੀ ਸ਼ਕਲ ਜਿਹੜੀ ਹੈ ਨਾ ਉਹਨਾਂ ਵਰਗੀ ਹੋਵੇ, ਹਜ਼ਰਤ ਈਸਾ ਅਲੈਹਿਸਲਾਮ ਵਰਗੀ, ਔਰ ਉਹਨਾਂ ਨੂੰ ਫਾਂਸੀ ਦਿੱਤੀ ਗਈ, ਸਲੀਬ ਦਿੱਤੀ ਗਈ, ਨਾ ਕਿ ਹਜ਼ਰਤ ਈਸਾ ਅਲੈਹਿਸਲਾਮ ਨੂੰ। ਔਰ ਇਹੋ ਹੀ ਉਹ ਦੂਸਰਾ ਤੁਸੀਂ ਜਿਹੜਾ ਇੱਕ ਬਾਰ-ਬਾਰ ਦੁਹਰਾਉਂਦੇ ਹੋ ਕਿ ਉਹਨਾਂ ਨੇ ਕਿਹਾ ਸੀ ਕਿ ਸਲੀਬ ਤੇ ਚੜਾਇਆ ਤੇ ਗਿਆ ਲੇਕਿਨ ਫੌਤ ਨਹੀਂ ਹੋਏ। ਇਹੀ ਗੱਲ ਹੈ, ਅਗਰ ਗਲਤੀ ਹੈ ਤੇ ਤੁਸੀਂ ਦਰੁਸਤ ਕਰ। ਸਬਸਟੀਟਿਊਸ਼ਨ ਦੇ ਬਾਰੇ ਮੀਰ ਸਾਹਿਬ ਦੀ ਕਿਸੇ ਗੱਲ ਦਾ ਕੋਈ ਚੈਲੰਜ, ਕੋਈ ਗ੍ਰਿਫਤ ਕੀਤੀ ਗਈ ਸੀ ਜਾਂ ਮੀਰ ਸਾਹਿਬ ਨੇ ਕੋਈ ਗੱਲ ਕੀਤੀ? ਇੱਕ ਮਿੰਟ, ਬਲਾਲ ਭਾਈ ਨਾਲ ਇਹਨਾਂ ਦੀ ਗੱਲ ਹੋ ਰਹੀ ਸੀ। ਜੀ ਜੀ, ਬਲਾਲ ਭਾਈ ਨਾਲ ਇਹਨਾਂ ਦੀ ਗੱਲ ਹੋ ਰਹੀ ਸੀ ਜੀ, ਕਹਿ ਰਹੇ ਸੀ ਕਿ ਡਾਕਟਰ ਅਹਿਮਦ ਦਿਦਾਤ ਦਾ ਵੀ ਉਹੋ ਹੀ ਅਕੀਦਾ ਸੀ ਜਿਹੜਾ ਮਿਰਜ਼ਾ ਸਾਹਿਬ ਦਾ ਤੇ ਜਮਾਤ ਅਹਿਮਦੀਆ ਦਾ ਸੀ। ਹਾਂਜੀ, ਉਹਨਾਂ ਗੱਲਾਂ 'ਚ ਕਿਹੜੇ ਸਬਸਟੀਟਿਊਸ਼ਨ ਵਾਲੇ ਥਿਊਰੀ ਦਾ ਜ਼ਿਕਰ ਮੀਰ ਸਾਹਿਬ ਨੇ ਕੀਤਾ ਉਸ ਗੁਫ਼ਤਗੂ ਵਿੱਚ ਜਾਂ ਉਸ ਬਰਾਡਪੂਰੀ ਦੇ ਵਿੱਚ? ਚਲੋ ਮੈਨੂੰ ਉਸ ਲਿਹਾਜ਼ ਨਾਲ ਪੂਰੀ ਤਾਂ ਨਹੀਂ ਉਹ ਯਾਦ ਨਾ ਹੁਣ ਸਾਰੀ ਵੀਡੀਓ, ਨਾਲੇ ਉਹ ਰਿਕਾਰਡਡ ਹੈਗੀ, ਉਹਦੇ 'ਚ ਕਿਹੜਾ ਕੋਈ ਫਰਕ ਪੈ ਸਕਦਾ? ਰਿਕਾਰਡਡ ਹੈਗੀ ਤੁਹਾਡੇ ਚੈਨਲ ਦੇ ਉੱਤੇ, ਤੁਸੀਂ ਖੁਦ ਉਹਨੂੰ ਉਹਦੇ ਕਟਿੰਗਸ ਜਿਹੜੀਆਂ ਜੀ ਉਹ ਲਾ ਦਿੱਤੀਆਂ ਨੇ ਤੁਸੀਂ ਨਾ। ਅਗਰ ਤੁਸੀਂ ਨਹੀਂ ਸੁਣੀ ਗੱਲ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜੀ ਬਲਾਲ ਭਾਈ ਨਾਲ ਇਹਨਾਂ ਦੀ ਗੱਲ ਹੋ ਰਹੀ ਸੀ, ਜਿਹੜੀ ਗੱਲ ਤੋਂ ਇਹਨਾਂ ਦੀ ਗ੍ਰਿਫਤ ਹੋਈ ਸੀ ਉਹਦੇ 'ਚ ਸਬਸਟੀਟਿਊਸ਼ਨ ਵਾਲੀ ਥਿਊਰੀ ਦੇ ਬਾਰੇ ਕਿਤੇ ਤਜ਼ਕਰਾ ਹੀ ਨਹੀਂ, ਨਾ ਅਸੀਂ ਉਹਦੀ ਗ੍ਰਿਫਤ ਕੀਤੀ, ਨਾ ਇਹਨਾਂ ਨੇ ਉਹ ਲਫ਼ਜ਼ ਬੋਲੇ ਨੇ, ਨਾ ਸਬਸਟੀਟਿਊਸ਼ਨ ਥਿਊਰੀ ਦਾ ਕਿਤੇ ਉੱਤੇ ਜ਼ਿਕਰ ਹੋ ਰਿਹਾ ਸੀ। ਜੀ ਜੀ, ਜਿਹੜੀ ਗੱਲ ਤੋਂ ਗ੍ਰਿਫਤ ਹੋਈ ਹੈ ਉਹ ਇਹ ਗੱਲ ਹੈ, ਮੀਰ ਸਾਹਿਬ ਕਹਿੰਦੇ ਨੇ ਕਿ ਡਾਕਟਰ ਅਹਿਮਦ ਦਿਦਾਤ ਦਾ ਮੇਨ ਸਟ੍ਰੀਮ ਮੁਸਲਮਾਨਾਂ ਨਾਲੋਂ ਅਕੀਦਾ ਹਟ ਕੇ ਜਿਹੜੇ ਮੇਨ ਸਟ੍ਰੀਮ ਮੁਸਲਿਮਸ ਨੇ ਉਹਨਾਂ ਦਾ ਇਹ ਅਕੀਦਾ ਹੈ ਈਸਾ ਅਲੈਹਿਸਲਾਮ ਨੂੰ ਗਈ। ਆਵਾਜ਼ ਨਹੀਂ ਸਹੀ ਆਣ ਰਹੀ ਹੁਣ ਤੁਹਾਡੀ। ਮੇਰੀ ਆਵਾਜ਼ ਦੂਜਿਆਂ ਨੂੰ ਵੀ ਨਹੀਂ ਆਣ ਰਹੀ, ਡਾਕਟਰ ਸਾਹਿਬ ਨੂੰ ਨਹੀਂ ਸਹੀ ਜਾਣ ਰਹੀ? ਘਟ ਗਈ ਹੈ ਥੋੜੀ, ਪਤਾ ਨਹੀਂ ਕਿਉਂ। ਮੇਨ ਸਟ੍ਰੀਮ ਮੁਸਲਮਾਨਾਂ ਦਾ ਅਕੀਦਾ ਹੈ ਵਮਾ ਕਤਲੂਹੁ ਯਕੀਨਨ ਬਰ ਰਫਅਹੁ ਅੱਲਾਹੁ ਇਲੈਹ। ਇਹ ਅਕੀਦਾ ਮੁਸਲਮਾਨਾਂ ਦਾ ਤੇ ਹਰਗਿਜ਼ ਉਹ ਉਹਨਾਂ ਨੂੰ ਕਤਲ ਨਹੀਂ ਕਰ ਪਾਏ, ਯਕੀਨਨ ਉਹ ਉਹਨਾਂ ਨੂੰ ਕਤਲ ਨਹੀਂ ਕਰ ਪਾਏ, ਬਲਕਿ ਰਫਅਹੁ ਅੱਲਾਹੁ ਇਲੈਹ, ਅੱਲਾਹ ਤਾਲਾ ਨੇ ਉਹਨਾਂ ਦਾ ਆਪਣੀ ਤਰਫ ਰਫਾ ਕਰ ਲਿਆ, ਅੱਲਾਹ ਤਾਲਾ ਨੇ ਉਹਨਾਂ ਨੂੰ ਆਪਣੀ ਤਰਫ ਉਠਾ ਲਿਆ। ਇਹ ਅਕੀਦਾ ਮੁਸਲਮਾਨਾਂ ਦਾ, ਮੇਨ ਸਟ੍ਰੀਮ ਮੁਸਲਮਾਨਾਂ ਦਾ। ਮੀਰ ਸਾਹਿਬ ਕਹਿੰਦੇ ਨੇ ਕਿ ਡਾਕਟਰ ਅਹਿਮਦ ਦਿਦਾਤ ਦਾ ਉਹੋ ਹੀ ਅਕੀਦਾ ਜਿਹੜਾ ਮਿਰਜ਼ਾ ਸਾਹਿਬ ਦਾ ਤੇ ਮਿਰਜ਼ਾ ਸਾਹਿਬ ਦੇ ਪੈਰੋਕਾਰਾਂ ਦਾ। ਕਿਹੜਾ? ਈਸਾ ਅਲੈਹਿਸਲਾਮ ਨੂੰ ਸਲੀਬ ਤੇ ਚੜਾਇਆ ਗਿਆ ਲੇਕਿਨ ਉਹਨਾਂ ਦੀ ਸਲੀਬ ਉੱਤੇ ਮੌਤ ਨਹੀਂ ਆਈ, ਵਫਾਤ ਨਹੀਂ ਹੋਈ। ਇਹ ਲਫ਼ਜ਼ ਸੁਣੇ ਨੇ ਨਾ ਤੁਸੀਂ ਉਹਨਾਂ ਦੇ? ਹਾਂਜੀ ਹਾਂਜੀ ਸੁਣੇ ਨੇ। ਇਹ ਉਹ ਦਾਅਵਾ ਹੈ ਜਿਹੜਾ ਉਹਨਾਂ ਨੇ ਸਾਬਤ ਕਰਨਾ ਹੈ, ਇਹੋ ਹੀ ਉਹ ਥਿਊਰੀ ਹੈ। ਬਾਕੀ ਤਾਂ ਕਿਸੇ ਗੱਲ ਦਾ ਸਾਡਾ ਕੋਈ ਲੈਣ ਦੇਣੀ ਕੋਈ ਨਹੀਂ ਹੈ ਕਿ ਉਹਨਾਂ ਦੀ ਜਗ੍ਹਾ ਕਿਸੇ ਹੋਰ ਬੰਦੇ ਨੂੰ ਸਲੀਬ ਦਿੱਤੀ ਗਈ ਹੈ, ਨਹੀਂ ਦਿੱਤੀ ਗਈ, ਉਹਨਾਂ ਨੂੰ ਰੋਸ਼ਨਦਾਨ ਦੇ ਜ਼ਰੀਏ ਉਠਾਇਆ ਗਿਆ ਕਿ ਖਿੜਕੀ ਦੇ ਜ਼ਰੀਏ ਕਿ ਛੱਤ ਫਾੜਿਆ ਗਿਆ, ਉਹ ਤਾਂ ਸਾਡਾ ਕੰਸਰਨਿੰਗ ਗੱਲਾਂ ਹੀ ਨਹੀਂ ਹਨ। ਜੀ ਜੀ, ਆਇਆ ਤੁਸੀਂ ਨਜ਼ੀਰ ਭਾਈ, ਆਮਿਰ ਨਜ਼ੀਰ ਭਾਈ, ਇਹ ਪੜ੍ਹਿਆ ਹੈ ਉਹਨਾਂ ਦੇ ਮੁਤਲਕ ਜਿਸ ਨਾਲ ਹਰ ਇੱਕ ਨੂੰ ਅੱਜ ਕੱਲ੍ਹ ਕਾਦੀਆਨੀ ਕਰਾਰ ਦੇ ਦਿੱਤਾ ਜਾਂਦਾ ਹੈ। ਅਹਿਮਦ ਦਿਦਾਤ ਸਾਹਿਬ ਨੂੰ ਵੀ ਕਾਦੀਆਨੀ ਕਰਾਰ ਦਿੱਤਾ ਗਿਆ ਹੈ ਬਾਜ਼ ਮੁਸਲਮਾਨ, ਮਸ਼ਹੂਰ ਮੁਸਲਮਾਨਾਂ ਦੀ ਤਰਫੋਂ, ਔਰ ਇਹ ਵੀ ਕਿਹਾ ਗਿਆ ਕਿ ਇਹ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਦੇ ਅਕੀਦੇ ਦੀ ਤਰਵੀਜ ਕਰਦੇ ਨੇ। ਦਿਦਾਤ ਸਾਹਿਬ ਅਗਰ ਅਕੀਦਾ ਨਾ ਮਿਲਦਾ ਹੋਵੇ ਤੇ ਇਹ ਕਿਸ ਤਰ੍ਹਾਂ ਉਹ ਕਹਿ ਸਕਦੇ ਨੇ? ਇਹ ਤੇ ਨਹੀਂ ਨਾ ਦਲੀਲ ਹੁੰਦੀ ਹੈ ਪੇਸ਼ ਕਰਨ ਵਾਸਤੇ। ਹੁਣ ਮਿਰਜ਼ਾ ਸਾਹਿਬ ਦੇ ਉੱਤੇ ਨਹੀਂ, ਵੈਸੇ ਜਨਰਲੀ ਪੁੱਛ ਲਿਆ ਤੁਹਾਡੇ ਕੋਲ, ਹੁਣ ਤੁਸੀਂ ਮੁਤਾਲਿਆ ਬਹੁਤ ਸਾਰੇ ਰੱਖਦੇ ਹੋ, ਮੈਂ ਉਹਦਾ ਜਵਾਬ ਦੇਣ ਲੱਗਾ ਕਿ ਜਿਸ ਤਰ੍ਹਾਂ ਮਿਰਜ਼ਾ ਸਾਹਿਬ ਦੇ ਉੱਤੇ ਉਹਨਾਂ ਦੇ ਮੁਖਾਲਫ ਕਈ ਐਸੇ ਇਲਜ਼ਾਮ ਲਾਉਂਦੇ ਨੇ ਜਿਨ੍ਹਾਂ ਨੂੰ ਤੁਸੀਂ ਆਉਣ ਨਹੀਂ ਕਰਦੇ, ਤੁਸੀਂ ਕਹਿੰਦੇ ਹੋ ਕਿ ਇਲਜ਼ਾਮ ਗਲਤ ਨੇ। ਇਹ ਮਿਰਜ਼ਾ ਸਾਹਿਬ ਦੀ ਚੀਜ਼ ਨਹੀਂ ਸੀ ਪਾਈ ਜਾਂਦੀ, ਲੇਕਿਨ ਲੋਕ ਉਹਨਾਂ ਦੀਆਂ ਤਹਿਰੀਰਾਂ ਤੋਂ ਗੱਲਾਂ ਕਰਦੇ ਨੇ ਕਿ ਮਿਰਜ਼ਾ ਸਾਹਿਬ ਦਾ ਖੁਦਾਈ ਦਾ ਦਾਅਵਾ ਸੀ, ਮਿਰਜ਼ਾ ਸਾਹਿਬ ਦੇ ਖੁਦਾ ਦਾ। ਜਿਹੜੇ ਮਸਲਨ ਦੂਸਰੇ ਮਜ਼ਾਹਬ ਵਾਲੇ ਨੇ ਜਾਂ ਦੁਸ਼ਮਣ ਨੇ ਉਹ ਹੀ ਕਰਦੇ ਨਾ, ਜਿਹੜੇ ਮੁਸਲਮਾਨ ਨੇ ਉਹ ਤਾਂ ਨਹੀਂ ਇਸ ਤਰ੍ਹਾਂ ਕਰਦੇ ਕਿ ਉਹਨਾਂ ਦੇ ਆਪਣੇ ਇੱਕ ਕਿਸੇ ਆਲਮ ਦੇ ਉੱਤੇ। ਨਹੀਂ, ਇਹ ਕੋਈ ਗਾਰੰਟੀ ਨਹੀਂ। ਜਦੋਂ ਮੁਸਲਮਾਨ ਵੀ ਆਪਸ ਲੜਦੇ ਨੇ ਨਾ ਤੇ ਮੁਸਲਮਾਨ ਵੀ ਆਪਣੇ ਨੂੰ, ਮੁਸਲਮਾਨ ਭਰਾਵਾਂ ਨੂੰ ਉਸ ਹੱਦ ਤੱਕ ਜਾ ਕੇ ਕਹਿੰਦੇ ਨੇ ਕਿ ਜਿਸ ਹੱਦ ਤੱਕ ਅਬਦੁਲ ਗਫਾਰ ਜੰਬਾ ਦੇ ਪੈਰੋਕਾਰ ਕਾਦੀਆਨੀ ਗਰੋਹ ਨੂੰ ਕਹਿੰਦੇ ਨੇ ਤੇ ਕਾਦੀਆਨੀ ਗਰੋਹ ਵਾਲੇ ਲੋਹਰੀ ਗਰੋਹ ਨੂੰ ਕਹਿੰਦੇ ਨੇ ਤੇ ਲੋਹਰੀ ਗਰੋਹ ਵਾਲੇ ਸ਼ੇਖ ਹੋਰੀ ਜੰਬਾ ਸਾਹਿਬ ਨੂੰ ਕਹਿੰਦੇ ਨੇ, ਇਸ ਤਰ੍ਹਾਂ ਇੱਕ ਦੂਜੇ ਨੂੰ ਨਾ ਮੁਸਲਮਾਨ ਵੀ ਇੰਝ ਬਹੁਤ ਬੁਰਾ ਭਲਾ ਕਹਿੰਦੇ ਨੇ, ਕੋਈ ਐਸੀ ਗੱਲ ਨਹੀਂ। ਲਿਹਾਜ਼ਾ ਮੁਖਾਲਫ ਦਾ ਜਿਹੜਾ ਕੌਲ ਹੈ ਕਿ ਜੰਬਾ ਸਾਹਿਬ ਤੁਹਾਡੇ ਖਲੀਫਾ ਦੇ ਬਾਰੇ ਕੀ ਕਹਿੰਦੇ ਨੇ, ਉਹ ਤੇ ਦਲੀਲ ਨਹੀਂ ਹੋਣੀ ਚਾਹੀਦੀ ਨਾ, ਉਹ ਤੇ
ਹੁਜਤ ਨਹੀਂ ਹੁੰਦੀ, ਮੁਖਾਲਫ ਦਾ ਮੁਖਾਲਫ ਦੀ ਨਹੀਂ ਨਾ ਮੈਂ ਦੱਸ ਰਿਹਾ, ਮੈਂ ਮੁਸਲਮਾਨਾਂ ਦੀ ਗੱਲ ਕਰ ਰਿਹਾ, ਮੈਂ ਕੋਈ ਈਸਾਈਆਂ ਦੀ ਜਾਂ ਮੈਂ ਕਹਿੰਦਾ ਮੁਸਲਮਾਨ ਆਮ ਦੀ ਗੱਲ ਹੋਵੇ, ਨਹੀਂ ਕਰ ਰਿਹਾ। ਮੁਸਲਮਾਨ ਹੋਵੇ ਜਾਂ ਕਾਦੀਆਨੀ ਹੋਵੇ, ਜਿਹੜਾ ਮੁਖਾਲਫ ਹੈ ਉਹਦਾ, ਭਾਵੇਂ ਉਹ ਆਪਣੇ ਅਕੀਦੇ ਦੇ ਵਿੱਚ ਮੁਖਾਲਫ ਹੈ, ਮੁਖਾਲਫ ਦਾ ਕੋਈ ਹੁਜਤ ਨਹੀਂ ਹੁੰਦਾ। ਇਹ ਅਸੂਲੇ ਮਨਾਦਰਾ ਹੈ। ਬਿਲਕੁਲ, ਉਹ ਤੇ ਸਹੀ ਹੈ, ਦਰੁਸਤ ਹੈਗੀ ਗੱਲ। ਜੇ ਉਹ ਪਤਾ ਨਹੀਂ ਕਿਸ ਰੰਗ ਚ ਮੁਖਾਲਫ ਫਿਰ ਉਹਨਾਂ ਦੇ ਉੱਤੇ ਮੁਸਲਮਾਨ ਨਹੀਂ ਤਾਂ ਫਿਰ ਮੁਖਾਲਫ। ਉਹਨਾਂ ਦੇ ਉੱਤੇ ਕੁਫਰ ਦਾ ਫਤਵਾ ਲੱਗਾ ਹੋਵੇ, ਉਹਨਾਂ ਦੇ ਉੱਤੇ ਕਾਦੀਆਨੀ ਹੋਣ ਦਾ ਫਤਵਾ ਲੱਗਾ ਹੋਵੇ, ਉਹਨਾਂ ਦੇ ਮੁਖਾਲਫ ਉਹਨਾਂ ਦੇ ਬਾਰੇ ਕੀ ਲਿਖਦੇ ਰਹੇ ਨੇ, ਡਜ਼ਨਟ ਮੈਟਰ। ਤੁਸੀਂ ਉਹਨਾਂ ਦੀ ਆਪਣੀ ਗੱਲ ਵਹਾਣੀ ਹੈ। ਮੈਂ ਉਹਨਾਂ ਨੂੰ ਪੁੱਛਿਆ ਉਸ ਵੇਲੇ ਮੀਰ ਸਾਹਿਬ ਨੂੰ, ਮੈਂ ਕਿਹਾ ਮੀਰ ਸਾਹਿਬ, ਦਾਵਾ ਤੁਹਾਡਾ ਇਹ ਵੇ ਕਿ ਮੇਨ ਸਟ੍ਰੀਮ ਮੁਸਲਿਮ ਨਾਲੋਂ ਉਹਨਾਂ ਦਾ ਅਕੀਦਾ ਹਟ ਕੇ ਵੇ, ਕਿਆ ਤੁਸੀਂ ਇਸ ਗੱਲ ਦਾ ਸਬੂਤ ਦੇ ਲੋਗੇ ਡਾਕਟਰ ਅਹਿਮਦ ਦੀਦਾਦ ਦੇ ਤਹਿਰੀਰ ਜਾਂ ਤਕਰੀਰ ਵਿੱਚੋਂ ਕਿ ਮੇਨ ਸਟ੍ਰੀਮ ਮੁਸਲਿਮ ਨਾਲ ਮੇਰਾ ਅਕੀਦਾ ਹਟ ਕੇ ਵੇ? ਕੀ ਜਵਾਬ ਦਿੱਤਾ ਸੀ ਮੀਰ ਸਾਹਿਬ ਨੇ ਉੱਤੇ? ਇੱਕ ਤੇ ਇਹ ਦੱਸੋ ਕਿ ਮੀਰ ਸਾਹਿਬ ਇਹ ਵੀ ਜਾਣਨਾ ਚਾਹੁੰਦੇ ਸਨ ਕਿ ਮੇਨ ਸਟ੍ਰੀਮ ਜਿਹੜੀ ਉਹਦਾ ਹੈ ਕੀ ਹੈ ਅਕੀਦਾ। ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ, ਤੁਸੀਂ ਤੁਹਾਡੇ ਬਾਰੇ ਦੱਸਿਆ ਜਾਂਦਾ ਕਿ ਅਹਿਲੇ ਹਦੀਸ ਫਿਰਕੇ ਨਾਲ ਤਾਲੁਕ ਆਇਆ, ਸਿਰਫ ਇੱਕ ਫਿਰਕੇ ਦਾ। ਕੋਈ ਅਹਿਲੇ ਹਦੀਸ ਹੋਵੇ, ਕੋਈ ਅਹਿਲੇ ਹਦੀਸ ਹੋਵੇ, ਕੋਈ ਅਹਿਲੇ ਸੁਨਨਤ ਹੋਵੇ, ਪੀਰ ਇਹ ਉਹਨਾਂ ਨੇ ਕਿਹਾ ਸੀ ਨਾ, ਮੈਂ ਤੇ ਉਹ ਦੱਸਣਾ ਵੀ ਜੋ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਇਹ ਦੱਸੋ। ਮੈਨੂੰ ਗੱਲ ਕਰਨ ਦਿਓ ਤੇ ਮੈਂ ਕਰਾਂਗਾ ਨਾ, ਜੇ ਰਾਹ ਚ ਤੁਕਸਲੋ ਤਾਂ ਮੈਂ ਕੀ ਕਰਾਂਗਾ ਗੱਲ। ਜੀ ਜੀ ਅਬਦੁਲ ਕਾਦਰ ਜਿਲਾਨੀ ਨੇ ਗੁਨੀਆ ਤੋਂ ਤਾਲਬੀਨ ਚ ਲਿਖਿਆ ਹੈ, ਗੁਨੀਆ ਤੋਂ ਤਾਲਬੀਨ ਚ ਲਿਖਿਆ ਹੈ ਕਿ ਅਹਿਲੇ ਹਦੀਸ ਤੇ ਅਹਿਲੇ ਸੁਨਨਤ ਇੱਕੋ ਹੀ ਗੱਲ ਹੈ। ਅਹਿਲੇ ਹਦੀਸ ਹੋਵੇ, ਅਹਿਲੇ ਸੁਨਨਤ ਹੋਵੇ, ਕੋਈ ਇਹਦੇ ਚ ਫਰਕ ਨਹੀਂ ਹੈ। ਉਹਨਾਂ ਦਾ ਸਭ ਦਾ ਅਕੀਦਾ, ਈਵਨ ਅਹਿਲੇ ਤਸ਼ੀਹ ਦਾ ਵੀ ਇਹ ਅਕੀਦਾ ਹੈ ਕਿ ਮਸੀਹ ਅਲੈਹਿ ਸਲਾਮ ਨੂੰ ਅੱਲਾਹ ਤਾਲਾ ਨੇ ਸਲੀਬ ਨਹੀਂ ਦੇਣ ਦਿੱਤੀ। ਸਲੀਬ ਤੇ ਦਰਕਨਾਰ ਜਿਹੜੇ ਰੋਮੀ ਉਹਨਾਂ ਨੂੰ ਸਲੀਬ ਦੇਣਾ ਚਾਹੁੰਦੇ ਸਨ, ਉਹ ਈਸਾ ਅਲੈਹਿ ਸਲਾਮ ਨੂੰ ਟੱਚ ਵੀ ਨਹੀਂ ਕਰ ਸਕੇ, ਛੂ ਵੀ ਨਹੀਂ ਸਕੇ। ਪੂਰੀ ਮੁਸਲਮਾਨ ਉਮਤ ਜਿਹੜੇ ਵੀ ਈਸਾ ਅਲੈਹਿ ਸਲਾਮ ਦੇ ਰਫਾ ਅਸਮਾਨੀ ਦਾ ਅਕੀਦਾ ਰੱਖਦੇ ਨੇ, ਉਹ ਇਹੋ ਹੀ ਅਕੀਦਾ ਰੱਖਦੇ। ਉਹਦੇ 'ਚ ਕੋਈ ਅਹਿਲ ਹਦੀਸ, ਕੋਈ ਅਹਿਲ ਸੁन्नत, ਕੋਈ ਬਰੇਲਵੀ, ਦੇਵਬੰਦੀ, ਸ਼ੀਆ, ਕੋਈ ਚੱਕਰ ਨਹੀਂ ਹੈ। ਸਭ ਦਾ ਇੱਕ ਹੀ ਅਕੀਦਾ। ਇਹਦੇ ਬਾਰਕਸ ਤੁਸੀਂ ਇਹ ਦਾਵਾ ਕਰਦੇ ਹੋ ਕਿ ਡਾਕਟਰ ਅਹਿਮਦ ਦੀਦਾਦ ਦਾ ਮੁਖਤਲਿਫ ਅਕੀਦਾ ਹੈ। ਜੀ ਇੱਕ ਉਹਨਾਂ ਨੇ ਤਫਸੀਰ ਇਬਨ ਕਸੀਰ ਦਾ ਹਵਾਲਾ ਵੀ ਤੁਹਾਨੂੰ ਦਿੱਤਾ ਹੈ, ਤੁਸੀਂ ਕਹਿੰਦੇ ਹੋ ਉਹ ਨਹੀਂ। ਹਾਲਾਂਕਿ ਇਹਦੀ ਮਸ਼ਹੂਰ ਤਫਸੀਰ ਹੈ। ਬਟ ਸਾਹਿਬ ਭੋਲੇ ਨਾ ਬਣੋ, ਤੁਸੀਂ ਚੰਗੇ ਭਲੇ ਮਚੋਰ ਗੱਲ ਕਰਦੇ ਪਏ ਹੋ, ਤੇ ਜਿਸ ਵੇਲੇ ਬੰਦੇ ਕੋਲ ਦਲੀਲ ਨਹੀਂ ਹੁੰਦੇ, ਬੰਦਾ ਜਾਣ ਕੇ ਵੀ ਕਈ ਵਾਰੀ ਭੋਲੇ ਨਾ ਬਣੋ। ਤਫਸੀਰ ਇਬਨ ਕਸੀਰ ਸਾਡਾ ਸਬਜੈਕਟ ਨਹੀਂ ਹੈ। ਸਾਡਾ ਸਵਾਲ ਇਹ ਵੇ ਜਿਹਦੇ ਉੱਤੇ ਇਨਾਮ ਰੱਖਿਆ ਗਿਆ ਹੋਏ ਵੇ, ਅਸੀਂ ਤੁਹਾਨੂੰ 500 ਯੂਰੋ ਦੇਵਾਂਗੇ। ਜਵਾਬ ਇਹ ਆਇਆ ਕਿ ਅਸੀਂ ਤੁਹਾਨੂੰ 600 ਯੂਰੋ ਦੇਵਾਂਗੇ। ਅਸੀਂ ਇਹ ਤੁਹਾਡੇ ਕੋਲ ਸਬੂਤ ਲੈਣਾ ਹੈ ਕਿ ਡਾਕਟਰ ਅਹਿਮਦ ਦੀਦਾਦ ਦਾ ਮੇਨ ਸਟ੍ਰੀਮ ਮੁਸਲਮਾਨਾਂ ਨਾਲ ਅਕੀਦਾ ਹਟ ਕੇ ਸੀ, ਤੇ ਜਦੋਂ ਮੇਨ ਸਟ੍ਰੀਮ ਮੁਸਲਮਾਨਾਂ ਤੋਂ ਹਟ ਕੇ ਸੀ ਤੇ ਕੋਈ ਡਾਕਟਰ ਅਹਿਮਦ ਦੀਦਾਦ ਦੀ ਤਹਿਰੀਰ ਜਾਂ ਤਕਰੀਰ ਹੋਣੀ ਚਾਹੀਦੀ ਕਿ ਵੀ ਮੇਨ ਸਟ੍ਰੀਮ ਮੁਸਲਮਾਨਾਂ ਨਾਲ ਮੇਰਾ ਕੋਈ ਅਲੱਗ ਅਕੀਦਾ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ? ਬਿਲਕੁਲ ਬਿਲਕੁਲ, ਉਹਨਾਂ ਦਾ ਹੀ ਹੋਣਾ ਚਾਹੀਦਾ, ਭਾਵੇਂ ਲਿਖਿਆ ਹੋਵੇ, ਭਾਵੇਂ ਬੋਲ ਕੇ ਹੋਵੇ, ਵੀਡੀਓ ਹੋਵੇ, ਤਹਿਰੀਰ ਹੋਵੇ ਜਾਂ ਤਕਰੀਰ ਹੋਵੇ। ਬਿਲਕੁਲ ਇਸੇ ਹੀ ਤਰ੍ਹਾਂ ਜੇ ਡਾਕਟਰ ਅਹਿਮਦ ਦੀਦਾਦ ਦੇ ਬਾਰੇ ਦੂਸਰਾ ਤੁਹਾਡਾ ਦਾਵਾ ਇਹ ਵੇ, ਉਹਨਾਂ ਦਾ ਅਕੀਦਾ ਇਹ ਵੇ ਕਿ ਈਸਾ ਅਲੈਹਿ ਸਲਾਮ ਨੂੰ ਸਲੀਬ ਉੱਤੇ ਚੜਾਇਆ ਗਿਆ, ਲੇਕਿਨ ਉੱਥੇ ਮੌਤ ਨਹੀਂ ਉਹਨਾਂ ਨੂੰ ਆਈ। ਜੀ ਜੀ, ਇਹ ਡਾਕਟਰ ਅਹਿਮਦ ਦੀਦਾਦ ਦੇ ਅਲਫਾਜ਼ ਕੱਲ ਮੀਰ ਸਾਹਿਬ ਪੇਸ਼ ਕਰ ਸਕਦੇ ਨੇ? ਕਰ ਦੇਣਗੇ? ਤੁਹਾਡੀ ਗਰੰਟੀ ਹੈ ਕੋਈ? ਬਿਲਕੁਲ ਕਰਨਗੇ। ਤੁਸੀਂ ਤਿਆਰ ਹੋ ਨਾ ਬਰਾਡ ਵਾਸਤੇ? ਮੈਂ ਰਿਕਾਰਡਿੰਗ ਪੇ ਕਰਵਾਨਾ ਵਾ। ਅਗਰ ਮੀਰ ਸਾਹਿਬ ਨੇ ਇਹ ਲਫ਼ਜ਼ ਨਾ ਪੇਸ਼ ਕੀਤੇ ਤੇ ਫਿਰ ਤੁਸੀਂ ਉਹ 600 ਯੂਰੋ ਦੀ ਨਹੀਂ, ਫਿਰ ਗਲਤ ਬਿਆਨੀ ਹੋਏਗੀ ਉਹਨਾਂ ਦੀ, ਜਿਹੜਾ ਤੁਸੀਂ ਕਹਿੰਦੇ ਹੋ ਕਿ ਗਲਤ ਬਿਆਨੀ ਹੈ, ਝੂਠ ਹੈ। ਨਹੀਂ, 600 ਯੂਰੋ ਵਾਲ ਤੇ ਮੈਂ ਤਾਂ ਨਹੀਂ ਨਾ ਪਹਿਲਾਂ ਤੁਹਾਨੂੰ ਕਿਹਾ ਨਾ ਮੈਂ ਆਉਣਾ ਇੱਧਰ। ਅੱਗੇ ਉਹ ਤਾਰਕ ਚੌਹਾਨ ਕੋਲ ਅੱਗੇ ਤੁਸੀਂ ਇੰਨੀਆਂ ਗਾਲਾਂ ਪਵਾਈਆਂ ਨੇ ਕਿ ਤੁਸੀਂ ਆਪ ਗਾਲ ਕੱਢੀ ਪਹਿਲਾਂ ਛੱਡ ਐਵੇਂ ਦਿਓ। ਉਦੋਂ ਤੁਸੀਂ ਬੜਾ ਅਫਸੋਸ ਹੋਇਆ ਤੁਹਾਡੇ ਤੇ, ਇੱਕ ਇਹਨੂੰ ਛੱਡਿਆ ਤੇ ਕੇਸ ਵੱਟੀ ਰੱਖੀ। ਬੱਟ ਸਾਹਿਬ ਤੁਸੀਂ ਆਪ ਗਾਲ ਕੱਢੀ, ਇੰਨੀਆਂ ਉਹਨਾਂ ਨੇ ਗੰਦੀਆਂ ਗਾਲਾਂ ਦਿੱਤੀਆਂ ਨੇ। ਇਹ ਤੁਹਾਡੇ ਨਾਲ ਤੇ ਆਬਦ ਭਾਈ ਚੰਗੇ ਨੇ, ਮੈਂ ਵੇਖਿਆ ਫੌਰਨ ਅਕਬਰ ਬੱਟ ਨੇ, ਫਿਰ ਅਕਬਰ ਖਾਨ ਨੇ ਗਾਲਾਂ ਕੱਢੀਆਂ ਨੇ ਕਿਉਂਕਿ ਤੁਸੀਂ ਪਹਿਲਾਂ ਗਾਲ ਕੱਢੀ ਉਹਨਾਂ। ਬਹਰਹਾਲ ਮੈਂ ਉਹਨਾਂ ਦੀ ਨਹੀਂ, ਉਹਨਾਂ ਦਾ ਤਾਰਕ ਭਾਈ ਦਾ, ਤਾਰਕ ਚੌਹਾਨ ਦਾ ਤਾਲੁਕ ਕੀ ਸੀ ਇਸ ਗੱਲ ਦੇ ਵਿੱਚ? ਉਹ ਐਵੇਂ ਆਣ ਕੇ ਕਹਿਣ ਦੇ ਮਿਰਜ਼ਾਈ ਜ਼ਲੀਲ ਹੈਗੇ ਨੇ, ਤੇ ਇਹ ਵੀ ਤੇ ਗਾਲਾਂ ਹੀ ਨਾ। ਇੱਕ ਜਦੋਂ ਮੁਨਾਸਬ ਤਰੀਕੇ ਨਾਲ ਗੱਲ ਪਈ ਹੁੰਦੀ ਹੈ, ਇੱਥੇ ਹੁਣ ਪੇ ਕਰਨੇ ਤੇ ਆਣ ਕੇ ਲੱਗ ਪਏ ਤੇ ਬਦਮਜ਼ਗੀ ਹੈ ਨਾ। ਬਦਮਜ਼ਗੀ ਦਾ ਕਰਨ ਦੇ ਉਹਨੂੰ ਰੋਕੋ ਤੁਸੀਂ। ਤੁਸੀਂ ਰੋਕਿਆ ਹੀ ਨਹੀਂ, ਉਲਟਾ ਉਹ ਅਕਬਰ ਖਾਨ ਉਹਨੇ ਬੁਲਾ ਲਿਆ ਤੇ ਉਹ ਗਾਲਾਂ ਕੱਢਣ ਲੱਗ ਪਿਆ। ਮੈਂ ਉਸ ਤੇ ਬਿਜ਼ੀ ਸਾਂ, ਮੈਂ ਤੁਹਾਨੂੰ ਮਨਾ ਕੀਤਾ ਹੈ ਗਾਲ ਨਾ ਕੱਢੋ। ਤੁਸੀਂ ਗਾਲ ਕੱਢੀ, ਫਿਰ ਉਹਨਾਂ ਵੀ ਗਾਲਾਂ ਕੱਢੀਆਂ ਨੇ, ਮੈਂ ਉਹਨਾਂ ਨੂੰ ਮਨਾ ਕੀਤਾ ਨਾ ਗਾਲਾਂ ਕੱਢੋ। ਬਹਰਹਾਲ ਤੁਸੀਂ ਪਿਆਰ ਦੱਸੋ ਵੀ ਜ਼ਾਹਿਰ ਤੁਸੀਂ ਜੋ ਮਨਾ ਨਹੀਂ ਕਰਦੇ ਪਏ, ਨਾ ਤੁਹਾਡਾ ਉਸ ਸਾਥੀ ਜਿਹੜਾ ਅਲੀ ਮਨਾ ਕਰ ਰਿਹਾ, ਤੇ ਫਿਰ ਮੈਂ ਹੀ ਉਹਨਾਂ ਨੂੰ ਕੋਸ਼ਿਸ਼ ਕੀਤੀ ਕਿ ਯਾਰ ਤੁਸੀਂ ਤੇ ਖਾਮੋਸ਼ ਰਹੋ, ਤੁਹਾਡਾ ਕੀ ਤਾਲੁਕ?
ਤੁਸਾਂ ਦਵਾਂ ਨੇ ਇੱਕ ਦੂਜੇ ਨੂੰ ਗਾਲਾਂ ਕੱਢੀਆਂ ਨੇ, ਜਿਹੜੇ ਮਸੀਹ ਮੌਦ ਮੰਨਦੇ ਹੋ ਮਿਰਜ਼ਾ ਸਾਹਿਬ ਨੂੰ ਦੋਵੇਂ ਵਾਰ ਹੈ। ਮੇਰੀ ਗੁਜ਼ਾਰਿਸ਼ ਹੈ ਵੀ ਕਿ ਆਇੰਦਾ ਇਸ ਤਰ੍ਹਾਂ ਨਾ ਕਰੋ, ਬੁਰਾ ਲੱਗਦਾ ਹੈ। ਮੈਂ ਵੇਖ ਲਓ ਕੋਸ਼ਿਸ਼ ਹੁੰਦੀ ਹੈ ਕਿ ਮੁਨਾਸਿਬ ਤਰੀਕੇ ਨਾਲ ਗੱਲ ਹੋਵੇ, ਕੋਈ ਗੱਲ ਵੇਖ ਲਓ ਉਦੋਂ ਤੁਸੀਂ ਵੀ, ਤੁਹਾਨੂੰ ਯਾਦ ਹੋਏਗਾ ਤੁਸੀਂ ਆਂਦੇ ਮੈਨੂੰ ਗੁੱਸਾ ਚੜਿਆ ਸੀ, ਇੱਕ ਦੋ ਗਾਲਾਂ ਤੁਸੀਂ ਵੀ ਮੈਨੂੰ ਕੱਢ ਲਈਆਂ, ਲੇਕਿਨ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਨਾ ਕੱਢੀ ਜਾਏ। ਬਾਟ ਸਾਹਿਬ ਹੈਰਾ ਫੇਰੀ ਨਾ ਕਰੋ, ਮੈਂ ਗਾਲ ਨਹੀਂ ਕੱਢਦਾ। ਮੇਰੀ ਗਾਲ ਕੋਈ ਬੰਦਾ ਮਾਂ ਤੁਸੀਂ ਕਿਹਾ ਨਾ ਉਦੋਂ ਮੈਨੂੰ ਗੁੱਸਾ ਚੜਿਆ ਸੀ ਯਾਰ, ਤੇ ਕੋਈ ਬੰਦਾ ਗਾਲ ਮੈਂ ਕਿਹਾ ਚਲੋ ਠੀਕ ਹੈ, ਕੋਈ ਗੱਲ। ਮੇਰੀ ਰਿਕਾਰਡਿੰਗ ਪੇਸ਼ ਕਰੇ, ਮੈਂ ਹੱਥ ਜੋੜ ਕੇ ਸਭ ਦੇ ਸਾਹਮਣੇ ਮਾਫੀ ਮੰਗਾਂ। ਬਾਜ਼ਕਾਤ ਬੜੇ ਅੱਛੇ ਲੱਗਦੇ ਹੋ ਤੁਸੀਂ ਵੀ ਆਬਦ ਭਾਈ ਵਾਂਗੂ, ਕਿ ਤੁਸੀਂ ਵੀ ਬਾਜ਼ਾਂ ਨੂੰ ਡੱਕਦੇ ਵੀ ਹੋ, ਲੇਕਿਨ ਕਦੀ ਕਦੀ ਜਾਣ ਕੇ ਤੁਸੀਂ ਕੇਸ ਜਦੋਂ ਆਪ ਫਸਣ ਦੇ ਹੋ ਨਾ ਕੇਸ ਵੜ ਜਾਂਦਾ, ਚਲੋ ਇਹਨਾਂ ਨੂੰ ਲੱਗੇ ਰਹਿੰਦੇ ਜ਼ਰਾ ਥੋੜੀ ਦੇਰ, ਇਹ ਬੁਰੀ ਗੱਲ ਹੈ ਯਾਰ। ਅੱਛਾ, ਮੈਂ ਵੀ ਗੱਲਾਂ ਕਰਨੇ ਆ। ਮੈਂ ਵੀ ਆਨਾ ਬਾਟ ਸਾਹਿਬ, ਕੱਲ ਮੀਰ ਸਾਹਿਬ ਇਸ ਗੱਲ ਦਾ ਯਾਨੀ ਮੀਰ ਸਾਹਿਬ ਦੇ ਆਪਣੇ ਡਾਕਟਰ ਅਹਿਮਦ ਦੀ ਦਾਦ ਦੇ ਇਹ ਅਲਫਾਜ਼ ਪੇਸ਼ ਕਰ ਦੇਣਗੇ ਕਿ ਈਸਾ ਅਲੈਹਿਸਲਾਮ ਨੂੰ ਫਾਂਸੀ ਸਲੀਬ ਦਿੱਤੀ ਗਈ ਲੇਕਿਨ ਮੌਤ ਨਹੀਂ ਆਈ। ਮੈਂ ਅਰਜ਼ ਕੀਤੀ ਹੈ ਨਾ ਕਿ ਜਿਹੜਾ ਤੁਸੀਂ ਚੈਲੰਜ ਦਿੱਤਾ ਹੈ ਜਾਂ ਮੰਨਿਆ ਹੈ ਜਾਂ ਜੋ ਵੀ ਮੰਗਿਆ ਹੈ ਉਹਦੇ 'ਚ ਰਿਕਾਰਡਿੰਗ ਹੈ ਨਾ, ਅਸੀਂ ਉਹ ਦੋਵੇਂ ਚਲਾਵਾਂਗੇ ਪਹਿਲਾਂ, ਉਹਦੇ ਮੁਤਾਬਕ ਜੋ ਵੀ ਫਿਰ ਉਹਦੇ ਸਬੂਤ ਹੋਣਗੇ ਉਹ ਚਲਾਵਾਂਗੇ। ਮੈਂ ਇਹ ਪੁੱਛਣਾ ਪਿਆ ਕਿ ਸਬੂਤ ਤੇ ਐਸੇ ਹੀ ਗੱਲ ਦਾ ਚਾਹੀਦਾ ਨਾ, ਉਹਦੇ ਵਾਸਤੇ ਮੇਰਾ ਉੱਥੇ ਜਾਣਾ ਨਹੀਂ, ਉਹਦੇ ਵਿੱਚ ਤੁਸੀਂ ਇਹ ਅਲਫਾਜ਼ ਬੋਲੇ ਹੋਏ ਨੇ ਨਾ ਆਪਣੀ ਰਿਕਾਰਡਿੰਗ ਦੇ ਵਿੱਚ, ਇਹੋ ਜਿਹੇ ਅਲਫਾਜ਼ ਨੇ ਮੇਰਾ ਤੇ ਖਿਆਲ ਜਿੱਥੋਂ ਤੱਕ ਮੈਨੂੰ ਯਾਦ ਪੈਂਦਾ ਪਿਆ। ਹਾਂਜੀ, ਜਿੱਥੇ ਤੁਸੀਂ 500 ਯੂਰੋ ਇਸ ਤਰ੍ਹਾਂ ਲਹਿਰਾਏ ਨੇ ਉਹਦੇ 'ਚ ਇਹੋ ਜਿਹੇ ਅਲਫਾਜ਼ ਨੇ ਜੀ ਤੁਹਾਡੀ ਤਰਫੋਂ, ਤੇ ਉਹਨਾਂ ਨੇ ਉਹ ਕਬੂਲ ਕੀਤਾ ਤੇ ਉਹ ਦੇਣਗੇ, ਕਿਉਂਕਿ ਸਬੂਤ ਤੇ ਉਹਨਾਂ ਕੋਲ ਨੇ ਜ਼ਿਆਦਾਤਰ। ਮੈਂ ਤਾਂ ਨਹੀਂ ਸਾਰੇ ਤਾਂ ਨਹੀਂ ਪੜ੍ਹੇ, ਲੇਕਿਨ ਕੁਛ ਮੈਂ ਵੇਖੇ ਨੇ। ਚਲੋ ਠੀਕ ਹੈ। WhatsApp ਜਿਸ ਤਰ੍ਹਾਂ ਤੁਸੀਂ ਅੱਜ ਆ ਕੇ ਮੈਸੇਜ ਦਿੱਤਾ ਨਾ, ਤੇ ਮੀਰ ਸਾਹਿਬ ਨੇ ਤੁਹਾਨੂੰ WhatsApp ਤੇ ਮੈਸੇਜ ਕੀਤੇ ਨੇ, ਚੈੱਕ ਕਰ ਲਓ। ਜੀ ਕੱਲ ਵੀ ਤੁਸੀਂ ਆ ਕੇ ਨਾ ਮੈਨੂੰ ਮੈਸੇਜ ਦਿਆ ਜੇ ਵੀ ਮੀਰ ਸਾਹਿਬ ਨੇ ਵੀਡੀਓ ਅਪਲੋਡ ਕਰ ਦਿੱਤੀ ਹੈ, ਸਬੂਤ ਦੇ ਦਿੱਤਾ, ਹਵਾਲਾ ਪੇਸ਼ ਕਰ ਦਿੱਤਾ ਹੈ, ਜਾ ਕੇ ਚੈੱਕ ਕਰ ਲਓ। ਮੈਂ ਚੈੱਕ ਕਰ ਲਾਂਗਾ। ਇੱਕ ਗੱਲ ਗਾਲੀਬਾਜ਼ਾਂ ਨੂੰ ਤੁਸੀਂ ਰੋਕਣਾ ਕਰਨਾ ਆਇੰਦਾ ਤੋਂ, ਖਾਸ ਤੌਰ ਤੇ ਤਾਰਿਕ ਚੌਹਾਨ ਤੇ ਅਕਬਰ ਖਾਨ। ਮੇਰੇ ਹੁੰਦਿਆਂ ਬਰਾੜ ਤੇ ਮੇਰੇ ਹੁੰਦਿਆਂ ਕੋਈ ਬੰਦਾ ਇਨਸ਼ਾਅੱਲਾ ਬਰਾੜ ਅੱਜ ਹੈ ਸੁਣ ਯਾਰ, ਤੁਸੀਂ ਫਿਰ ਤੁਸੀਂ ਆਂਦੇ ਮੈਂ ਬਿਜ਼ੀ ਸਾਂ, ਦੂਜੇ ਨੂੰ ਕਹਿ ਜਾਇਆ ਕਰੋ, ਅਲੀ ਨੂੰ, ਤੀਸਰੇ ਨੂੰ ਕਹਿ ਜਾਇਆ ਕਰੋ, ਕਿਹੜੇ ਤੁਹਾਡੇ ਬੰਦੇ ਨੇ। ਰਾਜਾ ਸਾਹਿਬ ਨੂੰ ਵੀ ਇੱਕ ਵਾਰੀ ਆ ਕੇ ਤੁਸੀਂ ਲੱਗੇ ਸੋ ਰੋਲਾ ਪਾਉਣ, ਤੇ ਮੈਂ ਰਾਜਾ ਸਾਹਿਬ ਨੂੰ ਕਿਹਾ ਰਾਜਾ ਸਾਹਿਬ ਕਿਉਂ ਨਹੀਂ ਕੰਟਰੋਲ ਪੇ ਕਰਦੇ, ਕਹਿੰਦੇ ਨੇ ਅਸੀਂ ਕੰਟਰੋਲ। ਰਾਜਾ ਸਾਹਿਬ ਵੀ ਯਾਰ ਮਤਲਬ ਹੈ ਬਹੁਤ ਸਮਝਦਾਰ ਨੇ, ਲੇਕਿਨ ਸਾਈਡ ਮਾਰ ਜਾਂਦੇ ਨੇ ਤੁਹਾਡੀ। ਇਹ ਤੇ ਇਹ ਜਿਸ ਤਰ੍ਹਾਂ ਇੱਥੇ ਵੇਖੋ ਨਾ, ਜਿੰਨੇ ਬੈਠੇ ਨੇ, ਗਲੋਬਲ ਭਾਈ ਹੋ ਗਿਆ, ਜਿਹੜੇ ਬਾਕੀ ਦੋਸਤ ਨੇ ਸਾਰੇ, ਉਮੈਰ ਸਾਹਿਬ ਹੋ ਗਿਆ, ਇੱਕ ਸਾਹਿਬਾ ਵੀ ਆ ਗਈਆਂ ਨੇ, ਇਹ ਸਾਰੇ ਤੁਹਾਡੀ ਸਾਈਡ ਮਾਰਦੇ ਨੇ। ਜਿੱਥੇ ਇਨਸਾਫ ਦੀ ਗੱਲ, ਜਿਹਨੂੰ ਆਂਦੇ ਨੇ ਡੰਡੀ ਮਾਰਨਾ, ਅਫਸੋਸ ਇਸ ਗੱਲ ਤੇ। ਬਹਰਹਾਲ ਕੋਈ ਬੰਦਾ ਕਿਸੇ ਦੇ ਨਾਲ ਕਬਰ ਨਹੀਂ ਜਾਣ ਲੱਗਾ। ਹੁਣ ਮਜਬੂਰ ਹੋ ਆਮਿਰ ਭਾਈ, ਗਏ ਵਕਤ ਨਹੀਂ ਇੰਨਾ ਹੁੰਦਾ। ਅਸੀਂ ਚੁੱਪ ਕਰਕੇ ਬੈਠੇ ਸੀ। ਇਹ ਮੁਹੰਮਦ ਸਾਹਿਬ, ਤੁਹਾਡੀ ਗੱਲ ਦਾ ਇੱਥੇ ਚੁੱਪ ਕਰਕੇ ਰਹਿਣਾ ਬਣਦਾ ਨਹੀਂ। ਇਹ ਤੁਹਾਡੀ ਗੱਲ ਦੇ ਉੱਤੇ ਜਿਹੜਾ ਮੈਂ ਬਿਲਕੁਲ ਤੁਹਾਡੀ ਇਸ ਗੱਲ ਨੂੰ ਮੈਂ ਰੱਦ ਕਰਨਾ, ਬਿਲਕੁਲ ਤੁਹਾਡੀ, ਔਰ ਬਾਕੀ ਦੋਸਤ ਵੀ ਇਹਨਾਂ ਦੀ ਗੱਲ ਨੂੰ ਰੱਦ ਕਰੋ, ਕਿਉਂਕਿ ਇੱਥੇ ਸਾਡਾ ਬੋਲਣਾ ਬਣਦਾ। ਗਲੋਬਲ ਭਾਈ ਗੱਲ ਮੁੱਕ ਚਲੀ, ਮਾਈਕ ਮਿਊਟ ਲਾ ਲਓ, ਕੋਈ ਨਹੀਂ, ਗੱਲ ਮੁੱਕ ਚਲੀ। ਬੱਟ ਸਾਹਿਬ ਜੀ, ਇੱਕ ਗੱਲ ਤੁਹਾਡੇ ਕੋਲ ਹੋਰ ਇਨਸਾਫ ਦੀ ਮੰਗਣੀ ਹੈ ਬਈ, ਸਾਨੂੰ ਆ ਕੇ ਸੁਨੇਹਾ ਦਵੇ ਨਿੱਕਾ ਤੇ ਜਾਂ ਦਵੇ ਵੱਡਾ। ਜਿਹੜਾ ਸਾਨੂੰ ਬੰਦਾ ਸੁਨੇਹਾ ਦੇ ਕੇ ਜਾਂਦਾ ਹੈ ਤੁਹਾਡੀ ਜਮਾਤ ਦਾ, ਜੀ ਭਾਵੇਂ ਉਹਦੇ ਚੋਂ ਪਹਿਲਾ ਝੂਠਾ ਹੈ ਤੇ ਭਾਵੇਂ ਦੂਸਰਾ ਝੂਠਾ ਹੈ, ਸੁਨੇਹਾ ਦੇ ਕੇ ਮੁੱਕਰ ਗਿਆ ਹੈ ਵੱਡਾ ਜਾਂ ਨਿੱਕਾ, ਜਿਹੜਾ ਉਹਨੂੰ ਕੋਲੋਂ ਘੜ ਕੇ ਆ ਕੇ ਸਟੋਰੀ ਬਿਆਨ ਕਰ ਦਿੱਤੀ, ਵਟਸੋਐਵਰ, ਸਾਡਾ ਹੱਕ ਹੈ ਕਿ ਨਹੀਂ ਉਸ 600 ਯੂਰੋ ਤੇ? ਤੁਸੀਂ ਅਦੀਲ ਬਰਲਨ ਕੋਲ ਲਵੋ, ਜ਼ਰੂਰ ਲਵੋ। ਮੈਂ ਜਿਹੜਾ ਸਵਾਲ ਕੀਤਾ ਉਹਦਾ ਜਵਾਬ ਦੇਣਾ। ਮੇਰਾ ਸਵਾਲ ਇਹ ਵੇ, ਕਿਆ ਸਾਡਾ 600 ਦੇ ਉੱਤੇ ਹੱਕ ਹੈ ਕਿ ਨਹੀਂ? ਸਾਨੂੰ ਇਹਦੇ ਨਾਲ ਕੋਈ ਕਨਸਰਨ ਤੇ ਨਹੀਂ ਹੋਣਾ ਚਾਹੀਦਾ ਨਾ ਕਿ ਛੋਟਾ ਵੇ ਝੂਠ ਬੋਲਦਾ ਕਿ ਵੱਡਾ ਝੂਠ ਬੋਲਦਾ। ਤੁਸੀਂ ਰਿਕਾਰਡਿੰਗ ਸੁਣਾਈ ਹੈ ਨਾ, ਮੈਂ ਤੁਹਾਨੂੰ ਦੱਸਿਆ ਸੀ ਉਦੋਂ ਵੀ ਕਿ ਮੈਂ ਨਹੀਂ ਜਾਣਦਾ ਇਸ ਦੋਸਤ ਨੂੰ, ਕੌਣ ਨੇ, ਮੈਨੂੰ ਤੇ ਨਾ ਜਾਂ ਸ਼ੇਰਾ ਵੀ ਪਹਿਲੀ ਵਾਰੀ ਵੇਖਿਆ, ਔਰ ਰਹਿੰਦੇ ਵੀ ਬੜੀ ਦੂਰ ਨੇ। ਅਗਰ ਉਹਨਾਂ ਨੇ ਕਿਹਾ ਹੈ ਤੇ ਉਹਨਾਂ ਨੇ ਗਲਤ ਬਿਆਨੀ ਕੀਤੀ ਹੈ, ਇਹ ਕੋਈ ਐਸੀ ਵੱਡੀ ਗਲਤ ਨਹੀਂ ਆਪਣਾ। ਤੁਸੀਂ ਉਹਨਾਂ ਦਾ ਵੀ ਨਾਂ ਨਾ ਲਵੋ, ਤੁਸੀਂ ਉਹਨਾਂ ਦਾ ਵੀ ਨਾਂ ਨਾ ਲਵੋ। ਤੇ ਮੀਰ ਜਾਂ ਤੁਸੀਂ ਬੈਨਰ ਲਾਏ ਆ ਨਾ, ਸੁਣੋ ਤੇ ਸਹੀ ਨਾ, ਤੁਸੀਂ ਦੋਵਾਂ ਚੋਂ ਕਿਸੇ ਦਾ ਵੀ ਨਾਂ ਨਾ ਲਵੋ, ਸਿਰਫ ਤੁਸੀਂ ਸਾਨੂੰ ਇਹ ਇਨਸਾਫ ਦੇ ਜਾਓ ਕਿ ਸਾਡਾ ਹੱਕ ਬਣਦਾ 600 ਤੱਕ ਨਹੀਂ ਬਣਦਾ। ਅਗਰ ਹਵਾਲਾ ਨਾ ਮਿਲੇਗਾ ਤੇ ਫੇਰ ਬਣੇਗਾ ਨਾ, ਹਜੇ ਨਹੀਂ ਬਣਦਾ। ਅਗਰ ਹਵਾਲਾ ਨਾ ਬਣਿਆ, ਨਾ ਮਿਲਿਆ, ਤੇ ਸਾਡਾ 600 ਦਾ ਹੱਕ ਬਣਦਾ। ਬਿਲਕੁਲ ਉਹਦੇ ਕੋਲੋਂ ਲੈਣਾ ਤੁਸੀਂ, ਬਰਲਿਨ ਕੋਲੋਂ, ਅਦੀਲ ਕੋਲੋਂ, ਨਹੀਂ ਜਿਹਦੇ ਕੋਲੋਂ ਵੀ ਸਾਨੂੰ ਤੇ 600 ਨਾ ਕਰ ਦੇਣਾ, 600 ਦਾ ਹੱਕਦਾਰ ਅਸੀਂ ਆਏ ਆ। ਬਿਲਕੁਲ ਜਦੋਂ ਹਵਾਲਾ ਨਹੀਂ ਮਿਲਿਆ ਤੇ ਉਹ ਕਹਿੰਦਾ ਕਿ ਨਾ ਮਿਲੇਗਾ ਤੇ ਅਸੀਂ ਦਿਆਂਗੇ 600 ਯੂਰੋ, ਮੈਂ 100 ਵੱਧ ਦਿਆਂਗਾ। ਇਹ ਮੈਂ ਸੁਣੀ, ਤੁਸੀਂ ਹੀ ਰਿਕਾਰਡਿੰਗ ਚਲਾਈ ਹੈ, ਉਹੀ ਸੁਣੀ। ਹਾਂ, ਮਤਲਬ ਸਾਡਾ ਹੱਕ ਹੈ ਨਾ ਵੀ 600 ਦਾ ਮੁਤਾਲਬਾ ਕਰਨ ਤੇ। ਹਾਂਜੀ, ਅਗਰ ਸਾਬਤ ਨਾ ਹੋਇਆ, ਇੱਕ ਤਾਂ ਹੁੰਦਾ ਨਾ ਹਵਾਲਾ ਹੀ ਦੇ ਦੇਣਾ ਭਾਵੇਂ ਗਲਤ ਹੀ ਹੋਵੇ, ਉਹ ਨਹੀਂ ਗੱਲ, ਸਾਬਤ ਨਾ ਹੋਇਆ ਉਹਨਾਂ ਦੀ ਗੱਲ ਤੇ ਉਹਨਾਂ ਕੋਲੋਂ ਤੁਸੀਂ ਜ਼ਰੂਰ ਲਵੋ। ਠੀਕ ਅਦੀਲ ਬਰਲਨ ਵਾਲਾ ਤੋਂ।
ਜਜ਼ਾਕੱਲਾ ਭੱਟ ਸਾਹਿਬ ਬਹੁਤ ਔਰ ਉਸ ਤੇ ਤੁਸੀਂ ਯਕੀਨ ਰੱਖੋ ਕਿ ਮੀਰ ਸਾਹਿਬ ਨੇ ਨਹੀਂ ਉਹਨਾਂ ਨੂੰ ਕਿਹਾ ਹੋਇਆ, ਤੁਸੀਂ ਉਹ ਬਜ਼ੁਰਗਾਂ ਨੂੰ ਐਸਾ ਉੱਥੇ ਮੈਂ ਨਹੀਂ ਮੀਰ ਸਾਹਿਬ ਤੇ ਇਤਰਾਜ਼ ਕਰ ਸਕਦਾ। ਮੇਰੀ ਗੱਲ ਸੁਣੋ ਨਾ, ਜਦੋਂ ਮੌਲਾਨਾ ਸਨਾਉੱਲਾ ਅੰਮ੍ਰਿਤਸਰੀ ਨੂੰ ਮਿਰਜ਼ਾ ਸਾਹਿਬ ਨੇ ਕਿਹਾ ਸੀ ਕਿ ਮੈਂ ਤੁਸੀਂ ਤੇ ਆਪਣਾ ਉਹਦੇ ਤੇ ਵੀ ਆਪਣੇ ਕਜ਼ਨ ਤੇ ਵੀ ਨਹੀਂ ਸੋ ਪੈ ਇਤਬਾਰ ਕਰਦੇ। ਉਹਨੇ ਵੇਖ ਲਓ ਕਿੰਨੀ ਵੱਡੀ ਗੱਲ ਹੈ, ਮੈਨੂੰ ਬੜੀ ਖੁਸ਼ੀ ਹੋਈ ਕਿ ਉਹਨੇ ਤੁਹਾਡੇ ਤੇ ਇਤਬਾਰ ਕਰ ਲਿਆ। ਮੇਰੀ ਗੱਲ ਸਿਰਫ ਕਹਿਣ ਤੇ ਉਹਨੇ ਹਾਮੀ ਭਰ ਲਈ, ਇਹ ਵੀ ਬੜੇ ਅਫਸੋਸ ਦੀ ਗੱਲ ਹੈ। ਕਿਸੇ ਤੇ ਇਤਬਾਰ ਕਰਿਆ ਵੀ ਕਰੋ। ਭੱਟ ਸਾਹਿਬ, ਇਹ ਜਿੰਨੀ ਤੁਸੀਂ ਗੱਲ ਤੇ ਕਰਦੇ ਹੋ ਨਾ, ਇਹ ਸਾਰੀ ਗਲਤ ਤੇ ਕਰਦੇ ਹੋ। ਮੇਰਾ ਕਜ਼ਨ ਨਾਲ ਰਾਬਤਾ ਨਹੀਂ ਸੀ, ਮੈਂ ਸਗੋਂ ਤੁਹਾਡੇ ਤੋਂ ਸ਼ਰਮਿੰਦਾ ਹੋ ਕੇ ਨਹੀਂ ਤੁਸੀਂ ਆਂਦੇ ਸੋ ਉਹ ਤੁਹਾਡੀ ਜਮਾਤ ਦਾ ਜੀ, ਮੈਨੂੰ ਉਹਦੇ ਤੇ ਇਤਬਾਰ ਨਹੀਂ। ਤੁਸੀਂ ਮੈਨੂੰ ਵੀ ਅੱਜ ਇਹ ਜਿਹੜੀ ਗੱਲ ਕਰਨ ਲੱਗਾ ਪੈਸਿਆਂ ਦੀ, ਤੁਸੀਂ ਬਾਰ-ਬਾਰ ਜਾ ਕੇ ਬੱਚਿਆਂ ਹਾਰਨਾ ਇੱਕੋ ਹੀ ਮੁਤਾਲਬਾ ਕਰਦੇ ਸੀ ਕਿ ਤੁਸੀਂ ਪੈਸੇ ਜਮ੍ਹਾਂ ਕਰਾਓ ਤਾਂ ਕਿ ਗੱਲ ਲਗਾਂ ਟੁਰੇ। ਮੈਂ ਦੱਸਾਂ ਗੱਲ ਫੈਸਲਾ ਕਿੰਜ ਕਰਨਾ, ਤੁਸੀਂ ਆਂਦੇ ਨਹੀਂ ਫੈਸਲਾ ਹੋ ਜਾਏਗਾ, ਤੁਸੀਂ ਪੈਸੇ ਜਮ੍ਹਾਂ ਕਰਾਓ। ਮੈਂ ਮਜਬੂਰ ਹੋ ਕੇ ਉਸ ਬੰਦੇ ਨੂੰ, ਆਪਣੇ ਕਜ਼ਨ ਨੂੰ ਫੋਨ ਕੀਤਾ। ਉਹ ਸਵੀਡਨ ਸੀ, ਉਹ ਜਰਮਨੀ ਅੱਜ ਜਾਂ ਕੱਲ ਉਹਨੇ ਆਣਾ ਵਾਪਸ। ਉਹ ਸਵੀਡਨ ਸੀ, ਮੈਂ ਉਹਨੂੰ ਫੋਨ ਕੀਤਾ, ਚਲੋ ਹੋ ਗਿਆ ਕੰਮ। ਹੁਣ ਮਸਲਾ ਇਹ ਵੇ ਭੱਟ ਸਾਹਿਬ, ਤੇ ਸਾਡਾ ਤੇ ਹੱਕ ਬਣਦਾ ਨਾ ਹੁਣ ਉਸ 600 ਤੇ ਹੁਣ ਤੁਹਾਡੇ ਵੱਲੋਂ ਜੋ ਕੋਈ ਹੋਇਆ ਹੈ ਜਾਂ ਜੋ ਕੋਈ ਹੋਏਗਾ ਕੱਲ ਨੂੰ, ਉਹ ਤੁਸੀਂ ਦੇਖ ਲੈਣਾ, ਤੁਹਾਡੀ ਰਿਕਾਰਡਿੰਗ ਹੋ ਗਈ ਏ। ਇਸ ਗੱਲ ਤੁਸੀਂ ਕੱਲ ਆਉਣਾ, ਬਰਾੜ ਲੱਗੇਗੀ ਸਿਰਫ ਤੁਸੀਂ ਤੇ ਉਹ ਬੋਲਣਗੇ ਲਤੀਫ ਸਾਹਿਬ। ਨਹੀਂ ਮੇਰੀ ਗੱਲ ਸੁਣੋ, ਅਸੀਂ ਕਿਸੇ ਨਾਲ ਕੋਈ ਵਾਅਦਾ ਨਹੀਂ ਕੀਤਾ ਆਉਣ ਦਾ। ਇਹ ਤੇ ਫਿਰ ਗਲਤ ਗੱਲ ਹੈ ਨਾ। ਤੁਸੀਂ 24 ਘੰਟੇ ਇਹ ਬੈਨਰ ਲਾਈ ਰੱਖਦੇ ਹੋ, ਸ਼ੋਰ ਸ਼ਰਾਬਾ ਵੀ ਕਰੀ ਰੱਖਦੇ ਹੋ, ਪ੍ਰੋਪੇਗੈਂਡਾ ਵੀ ਕਰੀ ਜਾਂਦੇ ਹੋ, ਤੇ ਗਲਤ ਬਿਆਨੀ ਵੀ ਕਰੀ ਜਾਂਦੇ ਹੋ। ਉਹਨਾਂ ਵੀ ਕੋਈ ਕੀਤੀ ਹੈ ਮੀਰ ਲਤੀਫ ਸਾਹਿਬ ਦੀ ਕੋਈ ਬਰਾੜ ਵਹਾਓ, ਕੋਈ ਉਹਨਾਂ ਦਾ ਪ੍ਰੋਪੇਗੈਂਡਾ ਵਹਾਓ ਨੈਗੇਟਿਵ। ਇਹ ਤੇ ਗਲਤ ਗੱਲ ਹੈ ਨਾ। ਪ੍ਰੋਪੇਗੈਂਡਾ ਵੀ ਕਰੋ, ਤੇ ਜਦੋਂ ਮੌਕਾ ਆਇਆ ਹੈ ਉਹ ਅੱਗੇ ਆਏ ਨੇ, ਤੁਸੀਂ ਉਹਨਾਂ ਨੂੰ ਆਪਣੇ ਕਜ਼ਨ ਦੀ ਆਡੀਓ ਭੇਜੀਏ, ਉਹਨਾਂ ਕੇ ਆਓ ਜੀ ਮੈਦਾਨ ਚ ਹੁਣ, ਤੇ ਹੁਣ ਤੁਸੀਂ ਆਂਦੇ ਰਿਕਾਰਡਿੰਗ ਲਾ ਦਿਓ, ਉੱਥੇ ਲਾ ਦਿਓ, ਤਾਂ ਕਿ ਅਸੀਂ ਬਾਅਦ ਚ ਆਸਾਨੀ ਦੇ ਨਾਲ ਪ੍ਰੋਪੇਗੈਂਡਾ ਕਰਦੇ ਰਹੀਏ ਕਿ ਉਹ ਵੇਖ ਲਓ ਝੂਠ ਬੋਲ ਗਏ। ਸਾਹਮਣੇ ਹੋਵੋਗੇ ਤੇ ਉਹਨਾਂ ਕੋਲ ਜਵਾਬ ਵੀ ਲੈ ਲਓਗੇ, ਜਿਹੜੀ ਗੱਲ ਦਾ ਇਤਰਾਜ਼ ਹੋਏਗਾ ਤੁਹਾਨੂੰ ਉਹ ਜਵਾਬ ਵੀ ਦੇ ਦੇਣਗੇ। ਆਮਨੇ ਸਾਹਮਣੇ ਆਓ। ਮੇਰੀ ਗੱਲ ਸੁਣ ਲਓ, ਹੁਣ ਤੁਸੀਂ ਅਗਲੀ ਦੀ ਵੀ ਸੁਣਿਆ ਕਰੋ ਨਾ, ਜਿਹੜੀ ਵਨ ਵੇ ਟ੍ਰੈਫਿਕ ਨਾ ਚਲਾਇਆ ਕਰੋ। ਪਹਿਲੀ ਗੱਲ ਇਹ ਗੱਲ ਪੂਰੀ ਨਹੀਂ ਕਰਨੇ ਦੇ ਵਿੱਚ ਹੀ ਕਹਿਣ ਲੱਗ ਪੈਂਦੇ WhatsApp ਮੈਂ ਜਦੋਂ 500 ਯੂਰੋ ਲਹਿਰਾ ਕੇ ਉਹਨਾਂ ਨੂੰ ਚੈਲੰਜ ਕੀਤਾ ਸੀ ਨਾ, ਤੇ ਮੀਰ ਸਾਹਿਬ ਨੇ ਉਹਨੂੰ ਕਬੂਲ ਕਰਨ ਲੱਗਿਆ ਕਿਸੇ ਬਰਾੜ ਦੀ, ਕਿਸੇ ਵੀਡੀਓ ਦੀ, ਕਿਸੇ ਤਰੀਕੇ ਦੀ ਕੋਈ ਸ਼ਰਤ ਨਹੀਂ ਸੀ ਰੱਖੀ। ਮੀਰ ਸਾਹਿਬ ਨੇ ਕਿਹਾ ਸੀ ਕਿ ਤੁਸੀਂ ਆਪਣੇ ਕਜ਼ਨ ਕੋ ਪੈਸੇ ਜਮ੍ਹਾਂ ਕਰਾ ਦਿਓ ਤੇ ਮੈਂ ਉਹ ਵਾਲੇ ਨਸ਼ਰ ਕਰ ਦਿਆਂਗਾ ਇੰਟਰਨੈਟ ਉੱਤੇ। ਤੇ ਤੁਸੀਂ ਫੋਨ ਕਿਉਂ ਉਹਨਾਂ ਨੂੰ ਕੀਤਾ ਹੈ? ਉੱਥੇ ਤੁਹਾਡੇ ਬੰਦੇ ਉਹਨਾਂ ਦੇ ਇਤਰਾਜ਼ ਕਰਨ ਡਏ ਸਨ ਜੀ, ਤੁਸੀਂ ਆਏ ਫਿਰ ਕਿਉਂ? ਤੁਹਾਨੂੰ ਦੱਸਣਾ ਨਹੀਂ ਤੇ ਦੱਸਣਾ ਸੀ ਉਹਨਾਂ ਨੂੰ ਕਿ ਮੈਂ ਖੁਦ ਉਹਨਾਂ ਨੂੰ ਫੋਨ ਕੀਤਾ ਹੈ। ਫੋਨ ਦੀ ਵੀ ਕੋਈ ਸ਼ਰਤ ਹੈ ਸੀ ਵਿੱਚ? ਗਲਤ ਕਰ ਲੈਂਦੋ। ਮੈਂ ਇਹ ਪਿਆਨਾ ਵਾ ਕਿ ਇਸ ਤਰ੍ਹਾਂ ਦੀ ਪਹਿਲੇ ਤੇ ਸ਼ਰਤ ਕੋਈ ਨਹੀਂ ਸੀ ਹੈ। ਅੱਜ ਵੀ ਮੀਰ ਸਾਹਿਬ ਜਿਹੜੀ ਉਹ ਗੱਲ ਕਰਦੇ ਸੀ ਕਿ ਤੁਸੀਂ ਕਿਸੇ ਗੈਰ ਜਾਨਬਦਾਰ ਬਰਾੜ ਤੇ ਆ ਜਾਓ ਤੇ ਉੱਥੇ ਗੱਲ ਕਰ ਲਾਂਗੇ। ਗੈਰ ਜਾਨਬਦਾਰ ਬਰਾੜ ਜਿਹੜੀ ਹੈ ਉਹ ਮੁਹੰਮਦ ਅਲੀ ਭੱਟ ਸਾਹਿਬ ਦੀ ਨਹੀਂ ਹੁੰਦੀ, ਗੈਰ ਜਾਨਬਦਾਰ ਬਰਾੜ ਹੁੰਦੀ ਹੈ ਜਾਂ ਤਾਰਕ ਚੌਹਾਨ। ਜਿਹੜੀ ਤੁਸੀਂ ਦੱਸਦੇ ਹੋ ਉਹ ਵੀ ਨਹੀਂ ਹੁੰਦੀ। ਵੇਖਿਆ ਜੀ ਕਿੰਨੀਆਂ ਗਾਲਾਂ ਕੱਢਦੇ ਨੇ। ਅਕਬਰ ਖਾਨ ਨੂੰ ਤੁਹਾਡੇ ਜਿਹੜੇ ਪੀਰ ਸਾਹਿਬ ਨੇ, ਅਕਬਰ ਖਾਨ ਸਾਹਿਬ ਜੱਜ ਹੋਣਗੇ ਜੀ, ਔਰ ਹੋਣਗੇ ਕੌਣ? ਤਾਰਕ ਚੌਹਾਨ ਸਾਹਿਬ ਹੋਣਗੇ ਜੀ, ਹੋਰ ਕੌਣ ਹੋਣਗੇ? ਜੋਸਫ ਸਾਹਿਬ ਹੋਣਗੇ ਜੀ। ਤੁਸੀਂ ਆਪ ਸਮਝਦਾਰ ਹੋ ਯਾਰ, ਇਹਦੇ ਬੱਚੇ ਨੂੰ। ਜਦੋਂ ਸਾਡੇ, ਮੇਰੀ ਗੱਲ ਸੁਣ, ਜਦੋਂ ਸਾਡੇ ਤੇ ਤੁਹਾਡੇ ਦਰਮਿਆਨ ਕੁਝ ਵੀ ਮੁਸ਼ਤਰਕ ਨਹੀਂ, ਕੋਈ ਵੀ ਸਾਲਸ ਨਹੀਂ। ਮੁਖਾਲਫ ਕਦੀ ਜੱਜ ਹੋ ਸਕਦਾ? ਉਹ ਤੇ ਇੰਤਹਾਈ ਮੁਖਾਲਫ ਹੈਗੇ ਨੇ, ਹਰ ਵਕਤ ਗਾਲਾਂ ਸਾਨੂੰ ਕੱਢਦੇ ਨੇ। ਫਿਰ ਗੱਲ ਮੁੱਕੀ। ਜਿਹੜੀ ਉਹਨਾਂ ਵੀਡੀਓ ਦਾ ਚੈਲੰਜ ਕਬੂਲ ਕੀਤਾ ਹੈ ਨਾ, ਉਹਨਾਂ ਨੂੰ ਕਹੋ ਉਹਦੇ ਮੁਤਾਬਕ ਤੁਸੀਂ ਹਵਾਲੇ ਕੱਲ ਨਸ਼ਰ ਕਰ ਦਿਓ, ਤੇ ਤੁਸੀਂ ਆ ਕੇ ਸਾਡੀ ਬਰਾੜ ਤੇ ਅੱਜ ਇਤਲਾਹ ਦੇ ਦਿਓ ਤੇ ਆਖਿਓ ਵੀ ਅਮਰ ਤੁਹਾਡੇ ਹਵਾਲੇ ਉੱਥੇ ਸ਼ੇਅਰ ਹੋ ਗਏ ਨੇ, ਤੇ ਚੈੱਕ ਕਰ ਲਓ ਜਾ ਕੇ ਵੀਡੀਓ। ਤੁਸੀਂ ਵੈਸੇ ਚੈਲੰਜ ਦੇਖਣਾ ਏਡੀ ਲੰਬੀ ਗੱਲ ਕਰ ਛੜੀ ਏ। ਅਦਰਵਾਈਜ਼ ਜਿਸ ਤਰ੍ਹਾਂ ਉਹ ਦੱਸ ਰਹੇ ਸਨ ਕਿ ਮੀਰ ਲਤੀਫ ਸਾਹਿਬ ਤੇ ਬਗੈਰ ਮੰਗਣ ਤੋਂ ਹਵਾਲਿਆਂ ਦੇ ਢੇਰ ਲਾ ਦਿਓ, ਜੋਜ਼ਫ ਵੀ ਦੱਸਣ ਡਿਆ ਸੀ ਨਾ, ਤੇ ਉਹਨਾਂ ਨੇ ਅਗਲੀ ਦਫਾ ਗੱਲ ਹੋਣੀ ਸੀ ਤੇ ਆਟੋਮੈਟਿਕ ਵੈਸੇ ਹੀ ਹੋ ਜਾਣੀ ਸੀ ਗੱਲ। ਤੁਸੀਂ ਵਿੱਚ ਚੈਲੰਜ ਪਾ ਕੇ ਕੰਪਲਿਕੇਟਡ ਕਰ ਦਿੱਤੀ। ਮੀਰ ਸਾਹਿਬ ਜਿਨ੍ਹਾਂ ਦੇ ਅੱਗੇ ਹਵਾਲੇ ਬਗੈਰ ਮੰਗਿਆਂ ਤੋਂ ਪੇਸ਼ ਕਰਦੇ ਰਹੇ ਨਾ, ਉਹ ਕ੍ਰਿਸਚਨ ਨੇ। ਸਾਡੇ ਸਾਹਮਣੇ ਮੀਰ ਸਾਹਿਬ ਜਦੋਂ ਹਵਾਲਾ ਪੇਸ਼ ਕੀਤਾ ਫਿਰ ਗੱਲ ਕਰਾਂਗੇ ਨਾ। ਤੁਸੀਂ ਫਿਲਹਾਲ ਮੀਰ ਸਾਹਿਬ ਨੂੰ ਕਹੋ ਤੁਹਾਡੀ ਗੁਫ਼ਤਗੂ ਨਾ ਕਰਾ ਦਈਏ ਉਹਨਾਂ ਨਾਲ, ਮੀਰ ਸਾਹਿਬ ਨਾਲ ਕਿਸੇ ਮੌਜੂ ਤੇ। ਬਿਲਕੁਲ ਅਸੀਂ ਹਾਜ਼ਰ ਹਾਂ, ਹਰ ਵਕਤ। ਲੇਕਿਨ ਇਸ ਤਰ੍ਹਾਂ ਨਹੀਂ ਹੋਣੀ ਜਿਸ ਤਰ੍ਹਾਂ ਇੱਥੇ ਗੁਫ਼ਤਗੂ ਹੋ ਰਹੀ ਨਾ। ਇਹ ਬਰਾਡ ਫਿਰ ਵੀ ਮੈਨੂੰ ਬਿਹਤਰ ਲੱਗੀ ਹੈ ਆਬਿਦ ਭਾਈ ਦੀ। ਮੈਂ ਪਹਿਲਾਂ ਵੀ ਵੇਖਦਾ ਰਹਿਣਾ ਵਾਂ। ਇਹ ਦੂਸਰੇ ਬੰਦੇ ਜਿਸ ਤਰ੍ਹਾਂ ਹੁਣ ਨਹੀਂ ਨਾ ਬੋਲਦੇ ਪਏ, ਇਸ ਤਰ੍ਹਾਂ ਸन्नाटा ਹੋਣਾ ਚਾਹੀਦਾ। ਅਗਰ ਉੱਤੇ ਵੀ ਹੋਣ, ਅਵਲ ਉੱਤੇ ਹੋਣੇ ਕਿਉਂ ਨੇ ਬੰਦੇ? ਜਦੋਂ ਗੁਫ਼ਤਗੂ ਹੋਣੀ ਹੈ ਤੇ ਉੱਤੇ ਦੋ ਹੀ ਬੰਦੇ ਜਿਨ੍ਹਾਂ ਨੇ ਬੋਲਣਾ ਹੈ, ਤੇ ਜਾਂ ਉਹ ਜਿਹੜਾ ਐਡਮਨ ਇੱਕ, ਅਗਰ ਉਹਦੀ ਜ਼ਰੂਰਤ ਹੋਵੇ ਤੇ। ਅਦਰਵਾਈਜ਼ ਉਹ ਵੀ ਥੱਲੇ ਬਹਿ ਕੇ ਅਗਰ ਕੰਟਰੋਲ ਕਰ ਸਕਦਾ ਹੋਏ ਤੇ ਗੁਫ਼ਤਗੂ ਹੋਵੇ ਐਂਡ ਤੱਕ। ਟਾਈਮ ਮੁਕਰਰ ਕਰ ਲਿਆ ਜਾਏ, ਘੰਟਾ 2 ਘੰਟੇ। ਅਸੀਂ ਹਰ ਬੰਦੇ ਨਾਲ ਹਰ ਵੇਲੇ ਹਰ ਮੌਜੂ ਤੇ ਗੱਲ ਕਰਨ ਨੂੰ ਤਿਆਰ ਹਾਂ ਭੱਟ ਸਾਹਿਬ, ਜਦ ਤੱਕ ਅੱਲਾਹ ਤੌਫੀਕ ਦੇ।
ਠੀਕ ਹੈ। ਤੁਹਾਡੀ ਬਹੁਤ ਬਹੁਤ ਮਿਹਰਬਾਨੀ, ਤੁਸੀਂ ਤਸ਼ਰੀਫ ਲਿਆਇਓ। ਕੋਸ਼ਿਸ਼ ਕਰਿਆ ਕਰੋ ਸਾਰੇ ਸਾਥੀ ਕਿ ਕੋਈ ਕੀਤਿਓਂ ਬਗੈਰ ਜਿੰਨੀ ਗੱਲ ਪਿਆਰ ਨਾਲ ਦਲੀਲ ਨਾਲ ਹੋ ਜੇ ਨਾ ਉਨੀ ਕਾਫੀ ਹੁੰਦੀ। ਜ਼ਰੂਰੀ ਨਹੀਂ ਹੁੰਦਾ ਕਿ ਅਗਲੇ ਨੂੰ ਇੱਕੀਆਂ ਤੋਪਾਂ ਦੀ ਸਲਾਮੀ ਦੇ ਕੇ ਭੇਜਣਾ। ਮੈਂ ਤੇ ਹਮੇਸ਼ਾ ਇਸ ਤਰ੍ਹਾਂ ਹੀ ਗੱਲ ਕਰਨਾ ਆਪਣਾ, ਤੁਹਾਨੂੰ ਪਤਾ ਹੀ ਹੈ ਅਮਰ ਨਜ਼ੀਰ ਭਾਈ। ਲੇਕਿਨ ਇਹ ਜਿਹੜੇ ਮੁਖਾਲਫ ਨੇ ਇਹ ਖਰਾਬ ਕਰਨ ਆਉਂਦੇ ਨੇ ਮਾਹੌਲ। ਇੱਥੇ ਹੁਣ ਕੋਈ ਆਣ ਕੇ ਬੋਲਣ ਲੱਗ ਪਏ ਤੇ ਮੇਰਾ ਤੇ ਕੰਟਰੋਲ ਉਹਦੇ ਤੇ ਕੋਈ ਨਹੀਂ ਨਾ।